ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸਰਦਾਰ ਮਹਾਂ ਸਿੰਘ ਨੇ ਆਪਣੇ ਕੁੜਮ ਸਰਦਾਰ ਗੁਰਬਖਸ਼ ਸਿੰਘ ਨੂੰ ਕਿਉਂ ਮਾਰਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਕੀ ਸੱਚਮੁੱਚ ਆਪਣੀ ਸੱਸ ਰਾਣੀ ਸਦਾ ਕੌਰ ਨੂੰ ਸਖਤ ਕੈਦ ਦੇ ਵਿੱਚ ਬੰਦ ਕਰ ਦਿੱਤਾ ਸੀ ਤੇ ਰਾਣੀ ਸਦਾ ਕੌਰ ਦੇ ਇਤਿਹਾਸ ਦੇ ਬਾਰੇ ਵੀ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਇਹ ਵੀਡੀਓ ਕਾਫੀ ਦਾ ਇੰਪੋਰਟੈਂਟ ਆ ਸਿੱਖ ਇਤਿਹਾਸ ਨੂੰ ਲੈ ਕੇ। ਸਾਰੀ ਜਾਣਕਾਰੀ ਮੈਂ ਇਸ ਚੈਨਲ ਦੇ ਉੱਤੇ ਜਾਣ ਕਿ ਪੰਜਾਬ ਦਾ ਸੱਚ ਦੇ ਉੱਤੇ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਇਦਾਂ ਹੀ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਜਿਹੜਾ ਆਪਣਾ ਚੈਨਲ ਆ ਉਹ ਰੋਜ਼ਾਨਾ ਦੀ ਤਰ੍ਹਾਂ ਹਰ ਰੋਜ਼ ਹੀ ਸਿੱਖ ਇਤਿਹਾਸ ਦੇ ਰਿਲੇਟਡ ਵੀਡੀਓ ਅਪਲੋਡ ਕਰਦਾ। ਜੇ ਤੁਸੀਂ ਸਿੱਖ ਇਤਿਹਾਸ ਨੂੰ ਜਾਣਨ ਦੇ ਵਿੱਚ ਇੰਟਰਸਟ ਰੱਖਦੇ ਹੋ ਤਾਂ ਤੁਸੀਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦਾ ਇਤਿਹਾਸ ਸਿੱਖ ਕੌਮ ਦਾ ਇਤਿਹਾਸ ਬਚਿਆ ਰਹੇ ਤਾਂ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸ਼ੇਅਰ ਕਰ ਦਿਓ। ਤਾਂ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਇੰਟਰਸਟਿੰਗ ਤੇ ਇੰਪੋਰਟੈਂਟ ਵੀਡੀਓ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਰਾਜ ਮਿਸਲਾਂ ਦੇ ਵਿੱਚ ਵੰਡਿਆ ਗਿਆ। ਇਹ ਮਿਸਲਾਂ ਲਗਾਤਾਰ ਆਪਣੇ ਇਲਾਕਿਆਂ ਦੇ ਲਈ ਲੜਦੀਆਂ ਰਹਿੰਦੀਆਂ, ਪਰ ਇਹਨਾਂ ਸਿੱਖ ਮਿਸਲਾਂ ਦੀ ਇੱਕ ਖਾਸੀਅਤ ਜ਼ਰੂਰ ਸੀ। ਜਦੋਂ ਵੀ ਕੋਈ ਬਾਹਰੀ ਹਮਲਾਵਰ ਪੰਜਾਬ ਉੱਤੇ ਹਮਲਾ ਕਰਦਾ ਤਾਂ ਇਹ ਜਿਹੜੀਆਂ ਸਾਰੀਆਂ ਸਿੱਖ ਮਿਸਲਾਂ ਸੀ ਉਹ ਇਕੱਠੀਆਂ ਹੋ ਜਾਂਦੀਆਂ ਤੇ ਰਲ ਕੇ ਮਿਲ ਕੇ ਡਟ ਕੇ ਉਸ ਬਾਹਰੀ ਹਮਲਾਵਰ ਦਾ ਸਭ ਤੋਂ ਪਹਿਲਾਂ ਸਾਹਮਣਾ ਕੀਤਾ ਜਾਂਦਾ ਤੇ ਪੰਜਾਬ ਨੂੰ ਤੇ ਸਿੱਖ ਕੌਮ ਨੂੰ ਬਚਾਇਆ ਜਾਂਦਾ। ਪਰ ਜਦੋਂ ਉਹ ਸਿੱਖ ਬਾਹਰੀ ਹਮਲਾਵਰ ਹਾਰ ਕੇ ਭੱਜ ਜਾਂਦਾ ਤਾਂ ਉਸ ਤੋਂ ਬਾਅਦ ਸਿੱਖ ਮਿਸਲਾਂ ਦੇ ਵਿੱਚ ਆਪਸੀ ਯੁੱਧ ਆਪਸੀ ਲੜਾਈਆਂ ਫਿਰ ਤੋਂ ਸ਼ੁਰੂ ਹੋ ਜਾਂਦੀਆਂ ਤੇ ਸਿੱਖ ਲੋਕਾਂ ਦਾ ਸਿੱਖ ਕੌਮ ਦਾ ਸਿੱਖ ਸੈਨਾ ਦਾ ਖੂਨ ਡੁੱਲਦਾ ਰਹਿੰਦਾ। ਤੇ ਇਹੋ ਜਿਹਾ ਕੁਝ 1784 ਦੇ ਵਿੱਚ ਹੁੰਦਾ ਜਦੋਂ ਸੁਕਰਜਕੀਆ ਮਿਸਲ ਦੇ ਮੁਖੀ ਸਰਦਾਰ ਮਹਾਂ ਸਿੰਘ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸਨ, ਉਹ ਕਾਂਗੜੇ ਦੇ ਰਾਜੇ ਸੰਸਾਰ ਚੰਦ ਦੇ ਨਾਲ ਮਿਲ ਕੇ ਬਟਾਲੇ ਦੇ ਰਾਜੇ ਸਰਦਾਰ ਗੁਰਬਖਸ਼ ਸਿੰਘ ਦੇ ਉੱਤੇ ਹਮਲਾ ਕਰ ਦਿੰਦੇ ਨੇ। ਕਿਉਂਕਿ ਮਿਸਲਾਂ ਸੀ ਉਸ ਸਮੇਂ ਇਲਾਕਿਆਂ ਵਿੱਚ ਲੜਦੀਆਂ ਰਹਿੰਦੀਆਂ ਸਨ। ਬਟਾਲੇ ਦੇ ਰਾਜੇ ਸਰਦਾਰ ਗੁਰਬਖਸ਼ ਸਿੰਘ ਘਨੱਈਆ ਮਿਸਲ ਦੇ ਮੁਖੀ ਸਨ ਜੋ ਕਿ ਇੱਕ ਛੋਟੀ ਜਿਹੀ ਮਿਸਲ ਹੁੰਦੀ ਸੀ ਜਿਨ੍ਹਾਂ ਕੋਲ ਮਹਿਜ 2000 ਘੋੜਸਵਾਰ ਹੁੰਦੇ ਹੋਣਗੇ। ਉਸ ਸਮੇਂ ਉਸ ਲੜਾਈ ਦੇ ਵਿੱਚ ਬਟਾਲੇ ਦੇ ਰਾਜੇ ਸਰਦਾਰ ਗੁਰਬਖਸ਼ ਸਿੰਘ ਦੀ ਸ਼ਹੀਦੀ ਹੋ ਜਾਂਦੀ ਹੈ। 1784 ਦੀ ਇੱਕ ਦੁਪਹਿਰ ਇੱਕ ਔਰਤ ਜਿਸ ਦੀ ਉਮਰ ਉਸ ਸਮੇਂ ਮਹਿਜ 16-17 ਸਾਲਾਂ ਦੀ ਹੋਵੇਗੀ, ਜਿਨ੍ਹਾਂ ਦਾ ਨਾਮ ਸੀ ਹਰਨਾਮ ਕੌਰ, ਉਹ ਬਟਾਲੇ ਸ਼ਹਿਰ ਵੱਲ ਭੱਜੀ ਜਾਂਦੀ ਹੈ। ਭੱਜਦੇ ਹੋਏ ਰਾਹ ਦੇ ਵਿੱਚ ਕਈ ਵਾਰ ਗਿਰ ਵੀ ਜਾਂਦੀ ਹੈ ਪਰ ਫਿਰ ਉੱਠ ਕੇ ਫਿਰ ਲਗਾਤਾਰ ਤੇਜ਼ੀ ਦੇ ਨਾਲ ਮਹਿਲ ਦੇ ਵੱਲ ਵੱਧਦੀ ਜਾਂਦੀ ਹੈ। ਰਾਹ ਦੇ ਵਿੱਚ ਭੱਜਦਾ ਹੋਏ ਲੋਕ ਉਹਨਾਂ ਨੂੰ ਪੁੱਛਦੇ ਆ ਵੀ ਕੀ ਹੋਇਆ, ਪਰ ਸਾਰਿਆਂ ਨੂੰ ਅਣਗੌਲਿਆ ਕਰਕੇ ਉਹ ਲਗਾਤਾਰ ਮਹਿਲ ਦੇ ਵੱਲ ਵੱਧਦੀ ਜਾਂਦੀ ਹੈ। ਉਸ ਨੂੰ ਭੱਜਦਾ ਹੋਇਆ ਦੇਖ ਮਹਿਲ ਦੇ ਦਰਵਾਜ਼ੇ ਖੋਲ੍ਹ ਦਿੱਤੇ ਜਾਂਦੇ ਆ। ਉਸ ਤੋਂ ਬਾਅਦ ਉਹ ਮਹਿਲ ਦੀ ਉੱਪਰਲੀ ਮੰਜ਼ਿਲ ਕੋਲ ਪਹੁੰਚਦੀ ਹੈ ਜਿੱਥੇ ਸਰਦਾਰ ਗੁਰਬਖਸ਼ ਸਿੰਘ ਜੋ ਕਿ ਬਟਾਲੇ ਦੇ ਰਾਜਾ ਸਨ, ਉਹਨਾਂ ਦੀ ਪਤਨੀ ਰਾਣੀ ਸਦਾ ਕੌਰ ਸੀ। ਉਹ ਜਾ ਕੇ ਉਹਨਾਂ ਕੋਲ ਦੱਸਦੇ ਆ ਕਿ ਮਹਾਰਾਜ ਜੋ ਲੜਾਈ ਦੇ ਵਿੱਚ ਸ਼ਹੀਦ ਹੋ ਚੁੱਕੇ ਨੇ। ਇਹ ਸੁਣ ਕੇ ਰਾਣੀ ਸਦਾ ਕੌਰ ਥੱਲੇ ਆਉਂਦੇ ਆ। ਜਦੋਂ ਥੱਲੇ ਉਤਰ ਰਹੇ ਹੁੰਦੇ ਆ ਤਾਂ ਔਰਤਾਂ ਰੋਣ ਲੱਗ ਜਾਂਦੀਆਂ ਹਨ ਤਾਂ ਰਾਣੀ ਸਦਾ ਕੌਰ ਉਹਨਾਂ ਸਾਰਿਆਂ ਨੂੰ ਰੋਕਦੇ ਆ ਕਿ ਚੁੱਪ ਕਰੋ, ਬੰਦ ਕਰੋ ਇਹ ਰੋਣਾ। ਮਹਾਰਾਜ ਜੰਗ ਦੇ ਵਿੱਚ ਸ਼ਹੀਦ ਹੋਏ ਨੇ ਤੇ ਸ਼ਹੀਦ ਹੋਣ ਵਾਲੇ ਅਮਰ ਹੁੰਦੇ ਆ। ਅਮਰ ਹੋਣ ਵਾਲਿਆਂ ਦੇ ਲਈ ਇਸ ਤਰ੍ਹਾਂ ਰੋਣਾ ਨਹੀਂ ਚਾਹੀਦਾ। ਇਸ ਤਰ੍ਹਾਂ ਆਪਾਂ ਉਹਨਾਂ ਦੀ ਸ਼ਹੀਦੀ ਦਾ ਮਖੌਲ ਉਡਾ ਰਹੇ ਹਾਂ, ਮਜ਼ਾਕ ਉਡਾ ਰਹੇ ਹਾਂ, ਤਾਂ ਇਸ ਤਰ੍ਹਾਂ ਆਪਾਂ ਨੂੰ ਰੋਣਾ ਨਹੀਂ ਚਾਹੀਦਾ। ਤਾਂ ਉਹਨਾਂ ਦੀ ਇਸ ਲਲਕਾਰ ਨੂੰ ਸੁਣ ਕੇ ਸਾਰੀਆਂ ਔਰਤਾਂ ਚੁੱਪ ਕਰ ਜਾਂਦੀਆਂ ਨੇ। ਉਸ ਤੋਂ ਬਾਅਦ ਰਾਣੀ ਸਦਾ ਕੌਰ ਆਪਣੇ ਕਮਰੇ ਵਿੱਚ ਜਾਂਦੇ ਆ, ਉੱਥੋਂ ਇੱਕ ਤਲਵਾਰ ਚੱਕਦੇ ਆ, ਤਲਵਾਰ ਨੂੰ ਮਿਆਨ ਤੋਂ ਬਾਹਰ ਕੱਢਦੇ ਆ ਤੇ ਹਰਨਾਮ ਕੌਰ ਨੂੰ ਕਹਿੰਦੇ ਆ ਤੂੰ ਮੇਰੇ ਨਾਲ ਚੱਲ, ਮੈਂ ਜੰਗ ਦੇ ਮੈਦਾਨ ਦੇ ਵਿੱਚ ਆਉਣਾ। ਹਰਨਾਮ ਕੌਰ ਉਹਨਾਂ ਨੂੰ ਕਹਿੰਦੀ ਆ ਕਿ ਆਪਾਂ ਨੂੰ ਇਸ ਹਾਲਾਤ ਦੇ ਵਿੱਚ ਜੰਗ ਦੇ ਮੈਦਾਨ ਦੇ ਵਿੱਚ ਨਹੀਂ ਜਾਣਾ ਚਾਹੀਦਾ ਕਿਉਂਕਿ ਆਪਾਂ ਲੜਾਈ ਹਾਰ ਚੁੱਕੇ ਹਾਂ, ਆਪਾਂ ਜੰਗ ਹਾਰ ਚੁੱਕੇ ਹਾਂ। ਤੇ ਕਾਂਗੜੇ ਦਾ ਰਾਜਾ, ਗੌਰ ਕਰਿਓ, ਕਾਂਗੜੇ ਦਾ ਰਾਜਾ ਸੰਸਾਰ ਚੰਦ ਉਹਨਾਂ ਉੱਤੇ ਮਾੜੀ ਜੋ ਨਜ਼ਰ ਵੀ ਰੱਖਦਾ ਸੀ ਤੇ ਉਹ ਹਰਨਾਮ ਕੌਰ ਰਾਣੀ ਸਦਾ ਕੌਰ ਨੂੰ ਕਹਿੰਦੀ ਆ ਤੇ ਰਾਣੀ ਸਦਾ ਕੌਰ ਜਵਾਬ ਦਿੰਦੇ ਆ ਕਿ ਮੈਂ ਇੱਕ ਸਿੰਘਣੀ ਆ, ਮੇਰੇ ਵੱਲ ਅੱਖ ਚੱਕ ਕੇ ਦੇਖਣ ਵਾਲੇ ਦੀ ਮੈਂ ਅੱਖਾਂ ਕੱਢ ਦਿਆਂਗੀ। ਇਹ ਸੁਣ ਕੇ ਹਰਨਾਮ ਕੌਰ ਤੇ ਰਾਣੀ ਸਦਾ ਕੌਰ ਜੰਗ ਦੇ ਮੈਦਾਨ ਵੱਲ ਵੱਧਦੀਆਂ ਨੇ ਤੇ ਉਹਨਾਂ ਨੂੰ ਘੋੜੇ ਦੇ ਸਵਾਰ ਹੁੰਦਾ ਦੇਖ ਕੇ ਮਹਿਲ ਦੇ ਦਰਵਾਜ਼ੇ ਵੀ ਖੋਲ੍ਹ ਦਿੱਤੇ ਜਾਂਦੇ ਆ। ਇਸ ਤਰ੍ਹਾਂ ਉਹ ਜੰਗ ਦੇ ਮੈਦਾਨ ਦੇ ਵਿੱਚ ਪਹੁੰਚ ਜਾਂਦੀਆਂ ਨੇ। ਜਦੋਂ ਜੰਗ ਦੇ ਮੈਦਾਨ ਵਿੱਚ ਪਹੁੰਚਦੀਆਂ ਨੇ ਤਾਂ ਦੇਖਦੀਆਂ ਹਨ ਕਿ ਲਾਸ਼ਾਂ ਦੇ ਢੇਰ ਵਿਛੇ ਹੋਏ ਸਨ ਤੇ ਸਭ ਤੋਂ ਵੱਡੀ ਮੁਸੀਬਤ ਇਹ ਸੀ ਉਸ ਸਮੇਂ ਸਰਦਾਰ ਗੁਰਬਖਸ਼ ਸਿੰਘ ਦੀ ਦੇਹ ਨੂੰ ਲੱਭਣਾ, ਕਿਉਂਕਿ ਸ਼ਾਮ ਢਲਣ ਵਾਲੀ ਸੀ। ਜੇ ਸ਼ਾਮ ਢਲ ਜਾਂਦੀ ਤਾਂ ਮੁਸੀਬਤ ਹੋਰ ਵੀ ਜ਼ਿਆਦਾ ਵੱਧ ਜਾਂਦੀ। ਤਾਂ ਉਹ ਲਗਭਗ 1.5 ਘੰਟਾ ਇੱਧਰ ਉੱਧਰ ਦੇਖਦੀਆਂ ਰਹਿੰਦੀਆਂ ਹਨ ਤੇ ਆਖਿਰ ਨੂੰ ਮੁਸ਼ੱਕਤ ਤੋਂ ਬਾਅਦ, ਮਿਹਨਤ ਤੋਂ ਬਾਅਦ ਉਹਨਾਂ ਨੂੰ ਸਰਦਾਰ ਗੁਰਬਖਸ਼ ਸਿੰਘ ਦੀ ਜਿਹੜੀ ਕਿ ਦੇਹ ਆ ਉਹ ਮਿਲ ਜਾਂਦੀ ਆ ਤੇ ਉਸ ਤੋਂ ਬਾਅਦ ਉਸ ਦੇਹ ਨੂੰ ਆਪਣੇ ਆਰਾਮ ਦੇ ਨਾਲ, ਪਿਆਰ ਦੇ ਨਾਲ ਆਪਣੇ ਗੋਦ ਦੇ ਵਿੱਚ ਰੱਖਦੇ ਆ। ਉਹਨਾਂ ਦੇ ਸੀਨੇ ਦੇ ਵਿੱਚ ਲੱਗਿਆ ਤੀਰ ਕੱਢਦੇ ਆ ਤੇ ਰਾਣੀ ਸਦਾ ਕੌਰ ਰੋ ਰਹੇ ਹੁੰਦੇ ਆ ਤੇ ਉਹਨਾਂ ਦੇ ਹੰਝੂ ਮਹਾਰਾਜਾ ਗੁਰਬਖਸ਼ ਸਿੰਘ ਦੇ ਚਿਹਰੇ ਦੇ ਉੱਤੇ ਡਿੱਗ ਰਹੇ ਹੁੰਦੇ ਆ। ਉਸ ਤੋਂ ਬਾਅਦ ਮਹਾਰਾਜਾ ਗੁਰਬਖਸ਼ ਸਿੰਘ ਦੇ ਪਿਤਾ ਜੈ ਸਿੰਘ ਵੀ ਉੱਥੇ ਪਹੁੰਚਦੇ ਆ ਤੇ ਉਹ ਆਪਣੇ ਪੁੱਤਰ ਦੀ ਲਾਸ਼ ਨੂੰ ਦੇਖ ਕੇ ਰੋਣ ਲੱਗ ਜਾਂਦੇ ਆ ਕਿ ਇਸ ਜੰਗ ਨੇ ਮੇਰਾ ਜਵਾਨ ਪੁੱਤਰ ਮੇਰੇ ਤੋਂ ਖੋਹ ਲਿਆ। ਹੁਣ ਮੇਰੀ ਮਿਸਲ ਦਾ ਰਾਜ ਭਾਗ ਕੌਣ ਸੰਭਾਲੂਗਾ, ਮੇਰੀ ਮਿਸਲ ਨੂੰ ਕੌਣ ਸੰਭਾਲੂਗਾ, ਸਾਡੀ ਮਿਸਲ ਛੋਟੀ ਹੈ, ਹੁਣ ਮੇਰੀ ਮਿਸਲ ਨੂੰ ਕੋਈ ਸੰਭਾਲਣ ਵਾਲਾ ਨਹੀਂ ਰਿਹਾ, ਦੁਸ਼ਮਣ ਸਾਡੇ ਉੱਤੇ ਕਬਜ਼ਾ ਕਰ ਲੈਣਗੇ, ਮੇਰੀ ਮਿਸਲ ਦਾ, ਸਾਡੀ ਮਿਸਲ ਦਾ, ਘਨੱਈਆ ਮਿਸਲ ਦਾ ਹੁਣ ਅੰਤ ਹੋ ਜਾਵੇਗਾ।
ਇਹ ਸੁਣ ਕੇ ਰਾਣੀ ਸਦਾ ਕੌਰ ਆਪਣੇ ਆਪ ਨੂੰ ਸੰਭਾਲਦੇ ਆ ਤੇ ਉਹ ਆਪਣੇ ਸਹੁਰਾ ਸਾਹਿਬ ਸਰਦਾਰ ਜੈ ਸਿੰਘ ਨੂੰ ਕਹਿੰਦੇ ਆ ਕਿ ਜਦੋਂ ਤੱਕ ਮੈਂ ਜਿਉਂਦੀ ਆ ਮੇਰੇ ਆਖਰੀ ਸਾਹਾਂ ਤੱਕ ਆਪਣੀ ਇਸ ਮਿਸਲ ਵੱਲ ਕੋਈ ਦੁਸ਼ਮਣ ਅੱਖ ਚੱਕ ਕੇ ਵੀ ਨਹੀਂ ਦੇਖ ਸਕਦਾ। ਰਾਣੀ ਸਦਾ ਕੌਰ ਕਾਫੀ ਜ਼ਿਆਦਾ ਸਮਝਦਾਰ ਤੇ ਸਿਆਣੀ ਇਸਤਰੀ ਸੀ। ਜਦੋਂ ਉਹਨਾਂ ਦੇ ਪਤੀ ਦੀ ਮੌਤ ਹੁੰਦੀ ਆ ਤਾਂ ਉਸ ਸਮੇਂ ਉਹਨਾਂ ਦੀ ਉਮਰ ਮਹਿਜ 21 ਸਾਲਾਂ ਦੀ ਹੋਵੇਗੀ। ਉਹਨਾਂ ਨੇ ਹਜੇ ਆਪਣੇ ਵਿਆਹ ਦੇ ਚਾਅ ਵੀ ਨਹੀਂ ਲਾਏ ਸਨ, ਪਰ ਉਸ ਸਮੇਂ ਉਹ ਵਿਧਵਾ ਹੋ ਜਾਂਦੇ ਨੇ। ਪਰ ਜਿਹੜਾ ਉਹਨਾਂ ਦਾ ਰਾਜ ਪ੍ਰਬੰਧ ਸੀ ਉਹ ਬੜਾ ਲਾਜਵਾਬ ਸੀ। ਵੱਡੇ ਵੱਡੇ ਰਾਜ ਚਲਾਉਣ ਵਾਲੇ, ਸਦੀਆਂ ਤੋਂ ਰਾਜ ਚਲਾਉਣ ਵਾਲੇ ਉਹਨਾਂ ਦੇ ਤਰੀਕੇ ਦੇ ਨਾਲ ਰਾਜ ਨਹੀਂ ਚਲਾ ਸਕਦੇ ਸੀ ਜਿਸ ਤਰ੍ਹਾਂ ਉਹਨਾਂ ਨੇ ਰਾਜ ਚਲਾਇਆ। ਰਾਣੀ ਸਦਾ ਕੌਰ ਪੁਰਸ਼ਾਂ ਦੀ ਤਰ੍ਹਾਂ ਵਸਤਰ ਪਹਿਨਣੇ ਸ਼ੁਰੂ ਕਰ ਦਿੰਦੇ ਆ। ਉਹ ਖੱਦਰ ਦਾ ਕੁੜਤਾ ਪਹਿਨਦੇ ਆ ਤੇ ਨਾਲ ਘੁੱਟਵੇਂ ਪਹੁੰਚੇ ਵਾਲੀ ਸਲਵਾਰ ਤੇ ਉੱਤੋਂ ਦੀ ਉਹ ਕਾਲੀ ਭੂਰੀ ਦੀ ਬੁੱਕਲ ਮਾਰ ਲੈਂਦੇ ਆ ਤੇ ਆਪਣੀ ਕਮਰ ਕੱਸੇ ਦੇ ਵਿੱਚ ਉਹ ਸ਼ਮਸ਼ੀਰ ਤੇ ਇੱਕ ਖੰਜਰ ਹਮੇਸ਼ਾ ਰੱਖਦੇ ਆ। ਰਾਣੀ ਸਦਾ ਕੌਰ ਦੇ ਦਰਬਾਰੀਆਂ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਆਪਾਂ ਨੂੰ ਸਰਦਾਰ ਮਹਾਂ ਸਿੰਘ ਜੋ ਕਿ ਸੁਕਰ ਚੱਕੀਆ ਮਿਸਲ ਦੇ ਮੁਖੀ ਸਨ ਤੇ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸਨ, ਉਹਨਾਂ ਉੱਤੇ ਹਮਲਾ ਕਰਨਾ ਚਾਹੀਦਾ, ਕਿਉਂਕਿ ਸਰਦਾਰ ਮਹਾਂ ਸਿੰਘ ਉਹ ਵਿਅਕਤੀ ਸਨ ਜਿਨ੍ਹਾਂ ਦੇ ਨਾਲ ਲੜਾਈ ਵਿੱਚ ਲੜਦੇ ਹੋਏ ਉਹਨਾਂ ਦੇ ਪਤੀ ਸਰਦਾਰ ਗੁਰਬਖਸ਼ ਸਿੰਘ ਦੀ ਸ਼ਹੀਦੀ ਹੋ ਗਈ ਸੀ ਤੇ ਦਰਬਾਰੀ ਚਾਹੁੰਦੇ ਸਨ ਕਿ ਉਹਨਾਂ ਦੇ ਉੱਤੇ ਹਮਲਾ ਕਰਕੇ ਆਪਾਂ ਆਪਣੇ ਉਹ ਇਲਾਕੇ ਵਾਪਸ ਜਿੱਤ ਲਈਏ ਜਿਹੜੇ ਕਿ ਸੁਕਰ ਚੱਕੀਆ ਮਿਸਲ ਤੇ ਕਾਂਗੜੇ ਦੇ ਰਾਜੇ ਸੰਸਾਰ ਚੰਦ ਨੇ ਉਹਨਾਂ ਦੇ ਕੋਲੋਂ ਖੋਹ ਲਏ ਹਨ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਰਾਣੀ ਸਦਾ ਕੌਰ ਕਾਫੀ ਜ਼ਿਆਦਾ ਸਮਝਦਾਰ ਤੇ ਸਿਆਣੀ ਔਰਤ ਸੀ, ਦੂਰ ਦ੍ਰਿਸ਼ਟੀ ਦੀ ਮਾਲਕ ਔਰਤ ਸੀ। ਉਹ ਪਹਿਲੀ ਔਰਤ ਮੰਨੇ ਜਾਂਦੇ ਆ ਜਿਨ੍ਹਾਂ ਨੇ ਇਹ ਸੋਚਿਆ ਸੀ ਕਿ ਪੰਜਾਬ ਦੇ ਵਿੱਚ ਖਾਲਸਾ ਰਾਜ ਬਣੇ, ਸਾਰੀਆਂ ਮਿਸਲਾਂ ਇਕੱਠੀਆਂ ਹੋਣ। ਪਰ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਵੱਡੀਆਂ ਮਿਸਲਾਂ ਵਾਲੇ ਉਹਨਾਂ ਨੂੰ ਆਪਣਾ ਲੀਡਰ ਸਵੀਕਾਰ ਨਹੀਂ ਕਰਨਗੇ, ਕਿਉਂਕਿ ਇੱਕ ਤਾਂ ਉਹ ਵਿਧਵਾ ਔਰਤ ਸਨ ਤੇ ਦੂਸਰਾ ਉਹਨਾਂ ਦੀ ਜਿਹੜੀ ਮਿਸਲ ਸੀ ਘਨੱਈਆ ਮਿਸਲ, ਉਹ ਇੱਕ ਛੋਟੀ ਮਿਸਲ ਸੀ ਜਿਨ੍ਹਾਂ ਕੋਲ ਮਹਿਜ ਉਸ ਸਮੇਂ 2000 ਘੋੜਸਵਾਰ ਹੁੰਦੇ ਹੋਣਗੇ, ਪਰ ਵੱਡੀਆਂ ਮਿਸਲਾਂ ਦੇ ਕੋਲੇ ਉਸ ਸਮੇਂ 15-20 ਹਜ਼ਾਰ ਘੋੜਸਵਾਰ ਸੀ। ਪਰ ਉਹਨਾਂ ਨੂੰ ਪਤਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਕਾਫੀ ਜ਼ਿਆਦਾ ਕਾਬਲੀਅਤ ਹੈ ਤੇ ਉਹ ਇੱਕ ਵੱਡੀ ਮਿਸਲ ਦੇ ਅਹੁਦੇਦਾਰ ਵੀ ਹਨ, ਕਿਉਂਕਿ ਅੱਗੇ ਜਾ ਕੇ ਉਹਨਾਂ ਨੇ ਸੁਕਰ ਚੱਕੀਆ ਮਿਸਲ ਨੂੰ ਸਾਂਭਣਾ ਸੀ ਤੇ ਉਹਨਾਂ ਦੀ ਕਾਬਲੀਅਤ ਦੇ ਉੱਤੇ ਰਾਣੀ ਸਦਾ ਕੌਰ ਨੂੰ ਯਕੀਨ ਵੀ ਸੀ। ਤਾਂ ਉਹਨਾਂ ਨੇ ਸਮਝਦਾਰੀ ਦਿਖਾਈ ਤੇ ਹਮਲਾ ਕਰਨ ਦੀ ਜਗ੍ਹਾ ਤੇ ਸਰਦਾਰ ਮਹਾਂ ਸਿੰਘ ਦੇ ਉੱਤੇ ਉਹਨਾਂ ਨੇ ਲਾਗੀ ਦੇ ਰਾਹੀਂ ਆਪਣੀ ਬੇਟੀ ਮਹਿਤਾਬ ਕੌਰ ਦਾ ਰਿਸ਼ਤਾ ਮਹਾਰਾਜਾ ਰਣਜੀਤ ਸਿੰਘ ਦੇ ਲਈ ਭੇਜਿਆ। ਤੇ ਗੱਲ ਕਰੀਏ ਸਰਦਾਰ ਮਹਾਂ ਸਿੰਘ ਜਿਨ੍ਹਾਂ ਨੇ ਉਹਨਾਂ ਦੇ ਪਤੀ ਦੇ ਨਾਲ ਲੜਾਈ ਕੀਤੀ ਸੀ, ਉਹ ਪਹਿਲਾਂ ਹੀ ਸ਼ਰਮਿੰਦਾ ਸਨ, ਕਿਉਂਕਿ ਉਹ ਕਾਂਗੜੇ ਦੇ ਰਾਜੇ ਸੰਸਾਰ ਚੰਦ ਦੀਆਂ ਗੱਲਾਂ ਵਿੱਚ ਆ ਕੇ ਇੱਕ ਪਹਿਲਾਂ ਹੀ ਵੱਡੀ ਗਲਤੀ ਕਰ ਚੁੱਕੇ ਸਨ। ਹੁਣ ਆਪਣੀ ਭੁੱਲ ਨੂੰ ਬਖਸ਼ਾਉਣ ਦੇ ਲਈ ਸਰਦਾਰ ਮਹਾਂ ਸਿੰਘ ਇਹ ਰਿਸ਼ਤਾ ਸਵੀਕਾਰ ਕਰ ਲੈਂਦੇ ਆ। ਉਸ ਤੋਂ ਬਾਅਦ ਜਿਹੜੇ ਇਲਾਕੇ ਉਹਨਾਂ ਨੇ ਘਨੱਈਆ ਮਿਸਲ ਦੇ ਕੋਲੋਂ ਜਿੱਤੇ ਸੀ ਉਹਨਾਂ ਨੂੰ ਵਾਪਸ ਵੀ ਕਰ ਦਿੰਦੇ ਆ। ਪਰ ਭਾਣਾ ਉਦੋਂ ਵਾਪਰ ਜਾਂਦਾ ਜਦੋਂ ਇਸ ਕੁੜਮਾਈ ਦੇ ਇਸ ਮੰਗਣੇ ਦੇ ਲਗਭਗ 1 ਸਾਲ ਬਾਅਦ ਉਹਨਾਂ ਦੀ ਸਰਦਾਰ ਮਹਾਂ ਸਿੰਘ ਦੀ ਪੇਚਿਸ ਦੀ ਬਿਮਾਰੀ ਦੇ ਨਾਲ ਸ਼ਹੀਦੀ ਹੋ ਜਾਂਦੀ ਆ। ਉਸ ਤੋਂ ਬਾਅਦ ਸੁਕਰ ਚੱਕੀਆ ਮਿਸਲ ਦੀ ਕਮਾਨ ਉਹਨਾਂ ਦੇ 7-8 ਸਾਲ ਦੇ ਪੁੱਤਰ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਆ ਜਾਂਦੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਘਬਰਾ ਗਏ ਸਨ, ਕਿਉਂਕਿ ਉਮਰ ਛੋਟੀ ਸੀ, ਇੱਕ ਬਾਲਕ ਸੀ, ਪਰ ਉਹਨਾਂ ਨੂੰ ਪਤਾ ਸੀ ਇੱਕ ਮਜ਼ਬੂਤ ਹੱਥ ਹਮੇਸ਼ਾ ਉਹਨਾਂ ਦੇ ਸਿਰ ਉੱਤੇ ਆ। ਉਹ ਸੀ ਉਹਨਾਂ ਦੀ ਜੋ ਸੱਸ ਰਾਣੀ ਸਦਾ ਕੌਰ ਦਾ। ਰਾਣੀ ਸਦਾ ਕੌਰ ਨੇ ਨਾਲ ਦੀ ਨਾਲ ਘਨੱਈਆ ਮਿਸਲ ਨੂੰ ਸਾਂਭਿਆ ਤੇ ਨਾਲ ਦੀ ਨਾਲ ਸੁਕਰ ਚੱਕੀਆ ਮਿਸਲ ਦੀ ਕਮਾਨ ਵੀ ਸੰਭਾਲੀ ਤੇ ਇਸ ਤਰ੍ਹਾਂ ਹੌਲੀ ਹੌਲੀ ਖਾਲਸਾ ਪੰਥ ਅੱਗੇ ਵੱਲ ਵੱਧਦਾ ਗਿਆ। ਤੇ ਹੁਣ ਆਪਾਂ ਗੱਲ ਕਰਾਂਗੇ ਉਸ ਇੰਪੋਰਟੈਂਟ ਜਿੱਤ ਦੀ ਜਿਸ ਦੇ ਵਿੱਚ ਰਾਣੀ ਸਦਾ ਕੌਰ ਦਾ ਅਹਿਮ ਹੱਥ ਸੀ ਤੇ ਮਹਾਰਾਜਾ ਰਣਜੀਤ ਸਿੰਘ ਦੀ ਉਹ ਪਹਿਲੀ ਜਿੱਤ ਸੀ। ਤੇ ਉਸ ਜਿੱਤ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਰਾਣੀ ਸਦਾ ਕੌਰ ਦੇ ਨਾਲ ਰਹਿ ਕੇ ਉਹਨਾਂ ਤੋਂ ਕਾਫੀ ਜ਼ਿਆਦਾ ਕੁਝ ਸਿੱਖਿਆ। ਲਾਹੌਰ ਦੇ ਉੱਤੇ ਕਾਫੀ ਟਾਈਮ ਅਬਦਾਲੀ ਦੇ ਪੁੱਤਰ ਸ਼ਾਹਜਮਾਨ ਨੇ ਰਾਜ ਕੀਤਾ, ਜਨਤਾ ਨੂੰ ਬੜਾ ਲੁੱਟਿਆ, ਬੜੇ ਟੈਕਸ ਲਾਏ। ਜੇ ਹੁਣ ਆਪਾਂ ਗੱਲ ਕਰੀਏ ਉਸ ਟਾਈਮ ਦੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੇ ਉੱਤੇ ਹਮਲਾ ਕੀਤਾ ਤੇ ਲਾਹੌਰ ਨੂੰ ਜਿੱਤਿਆ ਤੇ ਉਸ ਤੋਂ ਬਾਅਦ ਲਾਹੌਰ ਪੰਜਾਬ ਦੀ ਰਾਜਧਾਨੀ ਵੀ ਬਣਿਆ, ਖਾਲਸਾ ਪੰਥ ਦੀ ਰਾਜਧਾਨੀ ਵੀ ਬਣਿਆ। ਉਸ ਸਮੇਂ ਉੱਥੇ ਭੰਗੀ ਮਿਸਲ ਦਾ ਰਾਜ ਸੀ। ਲਾਹੌਰ ਦੇ ਸ਼ਹਿਰੀ, ਲਾਹੌਰ ਦੇ ਕੁਝ ਰਸੂਖਦਾਰ ਲੋਕ, ਲਾਹੌਰ ਦੇ ਕੁਝ ਵਪਾਰੀ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਫਰਿਆਦ ਲੈ ਕੇ ਆਉਂਦੇ ਆ ਕਿ ਮਹਾਰਾਜ ਸਾਹਿਬ ਸਾਡੇ ਰਾਜ ਉੱਤੇ ਆ ਕੇ ਕਬਜ਼ਾ ਕਰੋ, ਸਾਡੇ ਰਾਜ ਉੱਤੇ ਚੜ੍ਹਾਈ ਕਰੋ, ਸਾਡੇ ਜਿਹੜੇ ਸ਼ਾਸਕ ਨੇ ਉਹਨਾਂ ਨੇ ਸਾਨੂੰ ਬੜਾ ਤੰਗ ਕਰ ਰੱਖਿਆ, ਨਵੇਂ ਟੈਕਸ ਲਾਏ ਜਾਂਦੇ ਨੇ, ਜਨਤਾ ਦੇ ਵੱਲ ਉਹਨਾਂ ਦਾ ਕੋਈ ਧਿਆਨ ਨਹੀਂ। ਤੇ ਉਹਨਾਂ ਨੇ ਇੱਥੋਂ ਤੱਕ ਇਹ ਵੀ ਕਹਿ ਦਿੱਤਾ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਕਿ ਜਦੋਂ ਤੁਸੀਂ ਸਾਡੇ ਉੱਤੇ ਚੜ੍ਹਾਈ ਕਰੋਗੇ, ਸਾਡੇ ਰਾਜ ਉੱਤੇ ਚੜ੍ਹਾਈ ਕਰੋਗੇ ਤਾਂ ਜਿਹੜੇ ਸ਼ਹਿਰ ਦੇ ਦਰਵਾਜ਼ੇ ਨੇ ਉਹ ਤੁਹਾਡੇ ਲਈ ਅਸੀਂ ਆਪ ਖੋਲਾਂਗੇ। ਤੇ ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਇੱਕ ਵਧੀਆ ਮੌਕਾ ਸੀ ਲਾਹੌਰ ਨੂੰ ਜਿੱਤਣ ਦਾ, ਕਿਉਂਕਿ ਉੱਥੋਂ ਦੇ ਲੋਕ ਉਹਨਾਂ ਦਾ ਸਾਥ ਦੇਣ ਲਈ ਤਿਆਰ ਸੀ। ਤੇ ਉਹ ਲਗਾਤਾਰ ਹੀ ਛੇਤੀ ਤੋਂ ਛੇਤੀ ਉਹ ਆਪਣੀ ਸੱਸ ਰਾਣੀ ਸਦਾ ਕੌਰ ਦੇ ਕੋਲੇ ਬਟਾਲੇ ਪਹੁੰਚਦੇ ਆ ਤੇ ਉਹਨਾਂ ਨੂੰ ਦੱਸਦੇ ਆ ਵੀ ਲਾਹੌਰ ਦੇ ਲੋਕ ਚਾਹੁੰਦੇ ਆ ਵੀ ਖਾਲਸਾ ਸੈਨਾ ਲਾਹੌਰ ਦੇ ਉੱਤੇ ਹਮਲਾ ਕਰੇ। ਰਾਣੀ ਸਦਾ ਕੌਰ ਉਹਨਾਂ ਨੂੰ ਕਹਿੰਦੇ ਆ ਵੀ ਤੁਹਾਡੇ ਕੋਲੇ 5000 ਫੌਜ ਆ ਤੇ ਮੇਰੇ ਕੋਲੇ 2000 ਫੌਜ, ਜੇ ਆਪਾਂ ਸਿੱਧਾ ਲਾਹੌਰ ਦੇ ਉੱਤੇ ਹਮਲਾ ਕੀਤਾ ਆਪਾਂ ਮਾਰੇ ਜਾਵਾਂਗੇ, ਆਪਣੀ ਹਾਰ ਹੋ ਜਾਵੇਗੀ। ਤੇ ਉਹਨਾਂ ਨੂੰ ਸਲਾਹ ਦਿੰਦੇ ਆ ਤੁਸੀਂ ਲਾਹੌਰ ਵਾਪਸ ਜਾਓ, ਉਸ ਤੋਂ ਬਾਅਦ ਗੁਜਰਾਂਵਾਲਾ ਦੇ ਰਸਤੇ ਤੁਸੀਂ ਅੰਮ੍ਰਿਤਸਰ ਸਾਹਿਬ ਆਵੋ ਤੇ ਇੱਧਰੋਂ ਅਸੀਂ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਮੱਥਾ ਟੇਕਣ ਦੇ ਬਹਾਨੇ ਮੈਂ ਆਪਣੀ ਫੌਜ ਨੂੰ ਲੈ ਕੇ
ਅੰਮ੍ਰਿਤਸਰ ਸਾਹਿਬ ਪਹੁੰਚਦੀਆਂ ਤੇ ਉੱਥੇ ਜਾ ਕੇ ਆਪਾਂ ਰਣਨੀਤੀ ਬਣਾਵਾਂਗੇ। ਇਸ ਤਰ੍ਹਾਂ ਦੋਨੇ ਫੌਜਾਂ, ਮਹਾਰਾਜਾ ਰਣਜੀਤ ਸਿੰਘ ਦੀ ਫੌਜ ਤੇ ਇੱਧਰਲੀ ਸਾਈਡ ਤੋਂ ਰਾਣੀ ਸਦਾ ਕੌਰ ਦੀ ਫੌਜ, ਅੰਮ੍ਰਿਤਸਰ ਇਕੱਠੀਆਂ ਹੁੰਦੀਆਂ ਨੇ। ਤੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਵੀ ਹਦਾਇਤ ਦਿੱਤੀ ਸੀ, ਫੌਜਾਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਣਾ ਚਾਹੀਦਾ ਕਿ ਕਿਸ ਕਾਰਨ ਦੇ ਕਰਕੇ ਅੰਮ੍ਰਿਤਸਰ ਸਾਹਿਬ ਜਾਇਆ ਜਾ ਰਿਹਾ, ਕਿਉਂਕਿ ਤੁਹਾਨੂੰ ਪਤਾ ਹੀ ਹੈ ਇੱਕ ਵਾਰੀ ਜੇ ਫੌਜ ਨੂੰ ਪਤਾ ਲੱਗ ਗਿਆ ਤਾਂ ਉਹ ਖਬਰਾਂ ਫਿਰ ਭੰਗੀ ਮਿਸਲ ਤੱਕ ਵੀ ਪਹੁੰਚ ਸਕਦੀਆਂ ਹਨ। ਪਰ ਮਹਾਰਾਣੀ ਸਦਾ ਕੌਰ ਨੇ ਉਹਨਾਂ ਨੂੰ ਪਹਿਲਾਂ ਹੀ ਰੋਕਤਾ ਸੀ ਵੀ ਇਸ ਗੱਲ ਦਾ ਪਤਾ ਫੌਜ ਨੂੰ ਨਹੀਂ ਲੱਗਣਾ ਚਾਹੀਦਾ। ਤਾਂ ਫੌਜਾਂ ਅੰਮ੍ਰਿਤਸਰ ਸਾਹਿਬ ਪਹੁੰਚਦੀਆਂ ਨੇ, ਉੱਥੇ ਜਾ ਕੇ ਪਲਾਨ ਬਣਾਇਆ ਜਾਂਦਾ। ਉਸ ਤੋਂ ਬਾਅਦ ਹਮਲਾ ਕਰ ਦਿੱਤਾ ਜਾਂਦਾ ਲਾਹੌਰ ਦੇ ਉੱਤੇ। ਉਸ ਸਮੇਂ ਖਾਲਸਾ ਸੈਨਾ ਨੂੰ ਦੋ ਹਿੱਸਿਆਂ ਵਿੱਚ ਵੰਡ ਲਿਆ ਜਾਂਦਾ। ਇੱਕ ਫੌਜ ਦੀ ਟੁਕੜੀ ਦੀ ਅਗਵਾਈ ਮਹਾਰਾਜਾ ਰਣਜੀਤ ਸਿੰਘ ਖੁਦ ਕਰ ਰਹੇ ਹੁੰਦੇ ਆ, ਦੂਸਰੀ ਫੌਜ ਦੀ ਟੁਕੜੀ ਦੀ ਅਗਵਾਈ ਉਹਨਾਂ ਦੀ ਸੱਸ ਰਾਣੀ ਸਦਾ ਕੌਰ ਕਰ ਰਹੇ ਹੁੰਦੇ ਆ। ਇੱਕ ਫੌਜ ਦੀ ਟੁਕੜੀ ਲਾਹੌਰੀ ਗੇਟ ਦੇ ਵੱਲ ਵੱਧਦੀ ਹੈ ਤੇ ਦੂਸਰੀ ਫੌਜ ਦੀ ਟੁਕੜੀ ਦਿੱਲੀ ਦਰਵਾਜ਼ੇ ਦੇ ਵੱਲ ਵੱਧਦੀ ਆ। ਜਿਵੇਂ ਕਿ ਲਾਹੌਰ ਦੇ ਸ਼ਹਿਰੀਆਂ ਨੇ ਵਾਅਦਾ ਕੀਤਾ ਸੀ ਵੀ ਲਾਹੌਰ ਸ਼ਹਿਰ ਦੇ ਗੇਟ ਖੋਲ੍ਹ ਦਿਆਂਗੇ, ਉਸੀ ਵਾਅਦੇ ਦੇ ਮੁਤਾਬਿਕ ਜਿਹੜੇ ਲਾਹੌਰ ਸ਼ਹਿਰ ਦੇ ਸ਼ਹਿਰੀ ਨੇ ਉਹ ਗੇਟ ਖੋਲ੍ਹ ਦਿੰਦੇ ਆ ਤੇ ਜਿਹੜੀ ਖਾਲਸਾ ਸੈਨਾ ਉਹ ਅੰਦਰ ਐਂਟਰ ਕਰ ਜਾਂਦੀ ਆ। ਤੇ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਸੈਨਾ ਦੀ ਅਗਵਾਈ ਰਾਣੀ ਸਦਾ ਕੌਰ ਕਰ ਰਹੇ ਹੁੰਦੇ ਆ, ਉਹ ਸੈਨਾ ਕਿਲੇ ਦੇ ਆਲੇ ਦੁਆਲੇ ਪਹੁੰਚਦੀ ਆ ਤੇ ਫਸੀਲ ਦੇ ਵਿੱਚ ਜਿਹੜਾ ਕਿ ਬਾਰੂਦ ਭਰਿਆ ਜਾਂਦਾ। ਉਸ ਸਮੇਂ ਉੱਤੋਂ ਸੈਨਿਕਾਂ ਦੇ ਵੱਲੋਂ, ਭੰਗੀ ਮਿਸਲ ਦੇ ਸੈਨਿਕਾਂ ਦੇ ਵੱਲੋਂ ਗੋਲੀਆਂ ਦੇ ਨਾਲ, ਤੀਰਾਂ ਦੇ ਨਾਲ ਹਮਲਾ ਕੀਤਾ ਜਾਂਦਾ। ਮੁਸ਼ਕਿਲ ਦੇ ਨਾਲ ਫਸੀਲ ਦੇ ਵਿੱਚ ਬਾਰੂਦ ਭਰਿਆ ਜਾਂਦਾ ਤੇ ਉਸ ਤੋਂ ਬਾਅਦ ਉਹ ਉਡਾ ਦਿੱਤੀ ਜਾਂਦੀ ਹੈ ਤੇ ਫਸੀਲ ਦੇ ਵਿੱਚ ਦੀ ਰਾਣੀ ਸਦਾ ਕੌਰ ਅੱਗੇ ਲੰਘਦੇ ਆ। ਤੇ ਜਦੋਂ ਇੱਕ ਰਾਣੀ ਸਦਾ ਕੌਰ ਅੱਗੇ ਵੱਧ ਰਹੇ ਹੁੰਦੇ ਆ ਤੇ ਜਿਹੜੇ ਪੁਲਿਸ ਸੈਨਿਕ ਨੇ ਰਾਣੀ ਸਦਾ ਕੌਰ ਨੂੰ ਦੇਖ ਕੇ ਉਹਨਾਂ ਦੇ ਵਿੱਚ ਵੀ ਜੋਸ਼ ਆ ਜਾਂਦਾ ਤੇ ਉਸ ਤੋਂ ਬਾਅਦ ਕਿਲੇ ਦੇ ਸਾਹਮਣੇ ਪਹੁੰਚ ਜਾਇਆ ਜਾਂਦਾ। ਤੋਪਾਂ ਦੇ ਮੂੰਹ ਕਿਲੇ ਦੇ ਵੱਲ ਕਰ ਲਏ ਜਾਂਦੇ ਆ। ਇੱਕ ਦੋ ਵਾਰ ਤੋਪਾਂ ਦੇ ਵੱਲੋਂ ਕੀਤੇ ਜਾਂਦੇ ਆ। ਉਸ ਤੋਂ ਬਾਅਦ ਰਾਣੀ ਸਦਾ ਕੌਰ ਆਪਣੇ ਸੈਨਿਕਾਂ ਨੂੰ ਰੁਕਣ ਦਾ ਆਦੇਸ਼ ਦਿੰਦੇ ਆ। ਉਹ ਕਹਿੰਦੇ ਆ ਜੋ ਕਿਲੇਦਾਰ ਅੰਦਰ ਹੈ, ਜਿਸ ਦਾ ਨਾਮ ਸੀ ਚੇਤ ਸਿੰਘ, ਉਸਦੇ ਕੋਲ ਸੀਮਿਤ ਮਾਤਰਾ ਦੇ ਵਿੱਚ ਗੋਲਾ ਬਾਰੂਦ ਹੈ, ਸੀਮਿਤ ਮਾਤਰਾ ਦੇ ਵਿੱਚ ਉਸਦਾ ਖਾਣ ਪਾਣੀ ਹੈ ਤੇ ਉਹ 2-3 ਮਹੀਨਿਆਂ ਵਿੱਚ ਖਤਮ ਹੋ ਜਾਵੇਗਾ। ਉਸ ਤੋਂ ਬਾਅਦ ਇਹ ਆਪ ਹੀ ਆਤਮ ਸਮਰਪਣ ਕਰ ਦੇਵੇਗਾ। ਕਿਲੇਦਾਰ ਚੇਤ ਸਿੰਘ ਨੂੰ ਕਿਹਾ ਜਾਂਦਾ, ਜੋ ਕਿ ਭੰਗੀ ਮਿਸਲ ਦਾ ਸੀ, ਵੀ ਜੇ ਤੂੰ ਇੱਥੋਂ ਨਿਕਲ ਕੇ ਬਾਹਰ ਜਾਣਾ ਚਾਹੁੰਦਾ ਹੈ ਤਾਂ ਤੂੰ ਜਾ ਸਕਦਾ ਤੇ ਤੈਨੂੰ ਅਹੁਦੇ ਦੇ ਮੁਤਾਬਕ ਤੈਨੂੰ ਜਗੀਰ ਵੀ ਦੇ ਦਿੱਤੀ ਜਾਵੇਗੀ। ਤਾਂ ਚੇਤ ਸਿੰਘ ਬਾਹਰ ਆਉਂਦਾ, ਆਪਣੀ ਫੌਜ ਦੇ ਨਾਲ ਉੱਥੋਂ ਚਲਾ ਜਾਂਦਾ। ਉਸ ਤੋਂ ਬਾਅਦ ਲਾਹੌਰ ਦੇ ਉੱਤੇ ਖਾਲਸਾ ਸੈਨਾ ਦਾ ਰਾਜ ਹੋ ਜਾਂਦਾ ਤੇ ਲਾਹੌਰ ਦੇ ਸ਼ਹਿਰੀ ਉੱਥੇ ਬੜੇ ਖੁਸ਼ ਹੁੰਦੇ ਆ। ਦੀਪਮਾਲਾ ਕੀਤੀ ਜਾਂਦੀ ਹੈ, ਕਹਿ ਸਕਦਾ ਵੀ ਦੀਵਾਲੀ ਮਨਾਈ ਜਾਂਦੀ ਆ, ਦੀਪ ਜਗਦੇ ਨੇ ਕਈ ਦਿਨ। ਇਸ ਦਾ ਕਾਰਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਖਾਲਸਾ ਸੈਨਾ ਦੀ ਇੱਕ ਖਾਸੀਅਤ ਸੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫੌਜ ਨੂੰ ਸਖਤ ਨਿਰਦੇਸ਼ ਦਿੱਤੇ ਸਨ ਕਿ ਲਾਹੌਰ ਨੂੰ ਜਿੱਤਣ ਤੋਂ ਬਾਅਦ ਖਾਲਸਾ ਸੈਨਾ ਲਾਹੌਰ ਦੇ ਸ਼ਹਿਰੀਆਂ ਉੱਤੇ ਕੋਈ ਵੀ ਜ਼ੁਲਮ, ਕੋਈ ਵੀ ਅਤਿਆਚਾਰ ਨਹੀਂ ਕਰੇਗੀ, ਕੋਈ ਲੁੱਟ ਖਸੁੱਟ ਨਹੀਂ ਹੋਵੇਗੀ, ਕਿਸੇ ਵੀ ਔਰਤ ਦੀ ਇੱਜ਼ਤ ਨਹੀਂ ਲੁੱਟੀ ਜਾਵੇਗੀ। ਇਹ ਦੇਖ ਕੇ, ਕਿਉਂਕਿ ਲਾਹੌਰ ਦੀ ਜਨਤਾ ਨਾਲ ਇਹ ਪਹਿਲੀ ਵਾਰ ਹੋਇਆ ਸੀ ਵੀ ਕੋਈ ਨਵਾਂ ਸ਼ਾਸਕ ਆਇਆ, ਨਵਾਂ ਰਾਜਾ ਆਇਆ ਤੇ ਉਸਦੀ ਫੌਜ ਨੇ ਸਾਡੇ ਨਾਲ ਕੋਈ ਅਤਿਆਚਾਰ ਨਹੀਂ ਕੀਤਾ ਤੇ ਅਸੀਂ ਸਾਰੇ ਖੁਸ਼ ਰਹਿ ਰਹੇ ਹਾਂ। ਇਹ ਦੇਖ ਕੇ ਲਾਹੌਰ ਦੇ ਸ਼ਹਿਰੀ, ਲਾਹੌਰ ਦੇ ਲੋਕ ਬੜੇ ਖੁਸ਼ ਹੁੰਦੇ ਆ। ਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਇੱਜ਼ਤ ਆ ਉਹ ਹਿੰਦੂ, ਮੁਸਲਿਮ, ਸਿੱਖਾਂ, ਈਸਾਈਆਂ ਵਿੱਚ ਸਾਰਿਆਂ ਵਿੱਚ ਵੱਧਦੀ ਜਾਂਦੀ ਹੈ ਤੇ ਸਾਰੇ ਧਰਮ ਦੇ ਲੋਕ ਉਹਨਾਂ ਨੂੰ ਪ੍ਰਵਾਨ ਕਰ ਲੈਂਦੇ ਆ। ਇਸ ਤਰ੍ਹਾਂ ਰਾਣੀ ਸਦਾ ਕੌਰ ਦੀ ਸਹਾਇਤਾ ਦੇ ਨਾਲ ਸਿੱਖਾਂ ਦੇ ਵੱਡੇ ਸ਼ਹਿਰ, ਜਿਸ ਨੂੰ ਰਾਜਧਾਨੀ ਬਣੀ, ਜੋ ਕਿ ਬਾਅਦ ਸਿੱਖ ਰਾਜ ਦੀ, ਉਸ ਨੂੰ ਜਿੱਤ ਲਿਆ ਜਾਂਦਾ। ਤੇ ਹੁਣ ਆਪਾਂ ਗੱਲ ਕਰਾਂਗੇ ਵੀ ਰਿਸ਼ਤਿਆਂ ਦੇ ਵਿੱਚ ਜੋ ਕਿ ਖਟਾਸ ਆ ਉਹ ਕਿੱਥੋਂ ਪਈ, ਰਿਸ਼ਤਿਆਂ ਦੇ ਵਿੱਚ ਜਿਹੜੀ ਕਿ ਫਿੱਕ ਆ ਉਹ ਕਿੱਦਾਂ ਪਈ। ਇੱਥੇ ਤੁਸੀਂ ਧਿਆਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਿਓ। ਮਹਾਰਾਜਾ ਗੁਰਬਖਸ਼ ਸਿੰਘ ਤੇ ਰਾਣੀ ਸਦਾ ਕੌਰ ਦੀ ਇੱਕ ਪੁੱਤਰੀ ਹੁੰਦੀ ਆ ਜਿਨ੍ਹਾਂ ਦਾ ਨਾਮ ਹੁੰਦਾ ਮਹਿਤਾਬ ਕੌਰ। ਮਹਿਤਾਬ ਕੌਰ ਦਾ ਵਿਆਹ ਹੁੰਦਾ ਮਹਾਰਾਜਾ ਰਣਜੀਤ ਸਿੰਘ ਦੇ ਨਾਲ, ਜੋ ਕਿ ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਰਾਣੀ ਸੀ। ਪਰ ਉਹਨਾਂ ਦੇ ਵਿਆਹ ਤੋਂ ਕਈ ਸਾਲ ਬਾਅਦ ਵੀ ਉਹਨਾਂ ਦੀ ਕੋਈ ਸੰਤਾਨ ਨਹੀਂ ਹੁੰਦੀ। ਮਹਾਰਾਜਾ ਰਣਜੀਤ ਸਿੰਘ ਦੇ ਘਰ ਜਿਹੜੀ ਪਹਿਲੀ ਸੰਤਾਨ ਹੁੰਦੀ ਆ ਉਹ ਉਹਨਾਂ ਦੀ ਦੂਸਰੀ ਪਤਨੀ, ਦੂਸਰੀ ਰਾਣੀ ਮਹਾਰਾਣੀ ਦਤਾਰ ਕੌਰ ਦੀ ਕੁੱਖੋਂ ਹੁੰਦੀ ਆ, ਜਿਨ੍ਹਾਂ ਦੇ ਪੁੱਤਰ ਦਾ ਨਾਮ ਹੁੰਦਾ ਸ਼ਹਿਜ਼ਾਦਾ ਖੜਕ ਸਿੰਘ। ਤੇ ਸ਼ਹਿਜ਼ਾਦਾ ਖੜਕ ਸਿੰਘ ਦੇ ਹੋਣ ਤੋਂ ਬਾਅਦ ਰਾਣੀ ਸਦਾ ਕੌਰ ਤੇ ਮਹਾਰਾਜਾ ਗੁਰਬਖਸ਼ ਸਿੰਘ ਦੀ ਪੁੱਤਰੀ ਮਹਿਤਾਬ ਕੌਰ ਦੇ ਕੋਲ ਸ਼ਹਿਜ਼ਾਦਾ ਸ਼ੇਰ ਸਿੰਘ ਦਾ ਜਨਮ ਹੁੰਦਾ ਤੇ ਉਮਰ ਦੇ ਮੁਤਾਬਕ ਮਹਾਰਾਣੀ ਦਤਾਰ ਕੌਰ ਦੇ ਪੁੱਤਰ ਸ਼ਹਿਜ਼ਾਦਾ ਖੜਕ ਸਿੰਘ, ਜੋ ਕਿ ਗੱਦੀ ਦੇ ਵਾਰਿਸ ਬਣ ਚੁੱਕੇ ਸਨ, ਪਰ ਰਾਣੀ ਸਦਾ ਕੌਰ ਦੇ ਦੋਹਤਰੇ ਸ਼ਹਿਜ਼ਾਦਾ ਸ਼ੇਰ ਸਿੰਘ ਗੱਦੀ ਦੇ ਵਾਰਿਸ ਨਹੀਂ ਸਨ, ਕਿਉਂਕਿ ਉਹ ਉਮਰ ਦੇ ਵਿੱਚ ਸ਼ਹਿਜ਼ਾਦਾ ਖੜਕ ਸਿੰਘ ਦੇ ਕੋਲੋਂ ਛੋਟੇ ਸਨ। ਪਰ ਰਾਣੀ ਸਦਾ ਕੌਰ ਇਹ ਚਾਹੁੰਦੀ ਹੈ ਕਿ ਵੀ ਜਿਹੜੇ ਗੱਦੀ ਦੇ ਵਾਰਿਸ ਨੇ ਉਹ ਉਹਨਾਂ ਦੇ ਦੋਹਤਰੇ ਸ਼ਹਿਜ਼ਾਦਾ ਸ਼ੇਰ ਸਿੰਘ ਬਣਨ, ਪਰ ਸਿਧਾਂਤਾਂ ਦੇ ਅਨੁਸਾਰ ਇਹ ਨਹੀਂ ਹੋ ਸਕਦਾ ਸੀ। ਗੱਦੀ ਦੇ ਵਾਰਿਸ ਉਮਰ ਦੇ ਵਿੱਚ ਵੱਡੇ ਹੋਣ ਦੇ ਕਾਰਨ ਸ਼ਹਿਜ਼ਾਦਾ ਖੜਕ ਸਿੰਘ ਬਣਦੇ ਨੇ। ਇਸ ਤੋਂ ਬਾਅਦ ਰਾਣੀ ਸਦਾ ਕੌਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਕਿ ਰਿਸ਼ਤਿਆਂ ਵਿੱਚ ਥੋੜ੍ਹੀ ਜਿਹੀ ਫਿੱਕ ਦੱਸੀ ਜਾ ਰਹੀ ਆ। ਉਸ ਤੋਂ ਬਾਅਦ ਕੁਝ ਇਤਿਹਾਸਕਾਰਾਂ ਦੇ ਆਪੋ ਆਪਣੇ ਵਿਚਾਰ ਨੇ, ਕੁਝ ਇਤਿਹਾਸਕਾਰ ਕੁਝ ਹੋਰ ਕਹਿੰਦੇ ਆ, ਕੁਝ ਇਤਿਹਾਸਕਾਰ ਕੁਝ ਹੋਰ ਕਹਿੰਦੇ ਆ। ਪਰ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਆ ਵੀ ਕਿਸੇ ਵੀ ਇਤਿਹਾਸਕਾਰ ਦੇ ਜਿਹੜੇ ਤੱਥ ਨੇ ਉਹ ਆਪਸ ਦੇ ਵਿੱਚ ਮੇਲ ਨਹੀਂ ਖਾਂਦੇ ਤੇ ਇਸ ਦਾ ਇੱਕ ਕਾਰਨ ਇਹ ਮੰਨਿਆ ਜਾਂਦਾ, ਇਹ ਵੀ ਤੁਸੀਂ ਧਿਆਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਿਓ। ਉਸ ਸਮੇਂ ਅੰਗਰੇਜ਼
ਇੰਡੀਆ ਦੇ ਵਿੱਚ ਆ ਚੁੱਕੀ ਸੀ। ਇੱਕ ਸੰਧੀ ਹੋਈ ਸੀ ਅੰਗਰੇਜ਼ਾਂ ਦੇ ਨਾਲ ਵੀ ਜਿਹੜਾ ਸਤਲੁਜ ਦਾ ਇਲਾਕਾ ਉਹ ਅੰਗਰੇਜ਼ਾਂ ਦਾ ਹੋ ਗਿਆ, ਜਿਹੜਾ ਸਤਲੁਜ ਦੇ ਪਰਲੇ ਵਾਲਾ ਸਾਈਡ ਇਲਾਕਾ ਜਿਹਨੂੰ ਆਪਾਂ ਕਹਿੰਦੇ ਹਾਂ ਪਾਕਿਸਤਾਨ ਦੇ ਨਾਲ ਲੱਗਦਾ ਇਲਾਕਾ ਉਹ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਦਾ। ਅਤੇ ਮਹਾਰਾਜਾ ਰਣਜੀਤ ਸਿੰਘ ਸਤਲੁਜ ਪਾਰ ਦੇ ਇਲਾਕੇ ਦੇ ਵਿੱਚ ਕੋਈ ਦਖਲ ਨਹੀਂ ਦੇਣਗੇ। ਇਹ ਸੰਧੀ ਹੋਈ ਸੀ, ਇਸ ਦੇ ਬਾਰੇ ਆਪਾਂ ਸਾਰਿਆਂ ਨੂੰ ਪਤਾ। ਇਸ ਦਾ ਭੱਠਾ ਬਿਠਾਇਆ ਸੀ ਡੋਗਰਿਆਂ ਨੇ ਇਹ ਅੰਗਰੇਜ਼ਾਂ ਦੇ ਨਾਲ ਮਿਲ ਕੇ ਇਹ ਸੰਧੀ ਕਰਵਾਈ ਸੀ। ਪਰ ਜਿਹੜੇ ਆਪਣੇ ਅਕਾਲੀ ਫੂਲਾ ਸਿੰਘ ਸੀ ਉਹ ਇਹ ਨਹੀਂ ਚਾਹੁੰਦੇ ਸੀ ਇਹ ਸੰਧੀ ਨਾ ਹੋਵੇ, ਪਰ ਫਿਰ ਵੀ ਡੋਗਰਿਆਂ ਨੇ ਇਹ ਸੰਧੀ ਕਰਵਾਤੀ ਸੀ। ਉਸ ਸੰਧੀ ਦੇ ਤਹਿਤ ਇੱਕ ਖਤਰਾ ਖਾਲਸਾ ਰਾਜ ਉੱਤੇ ਆਣ ਪਹੁੰਚਿਆ। ਜਦੋਂ ਇਹ ਸੰਧੀ ਹੋਈ ਤਾਂ ਇੱਕ ਅੰਬਾਲੇ ਦੀ ਰਾਣੀ ਸੀ ਜਿਨ੍ਹਾਂ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਉਹਨਾਂ ਦੇ ਰਾਜ ਉੱਤੇ ਕਬਜ਼ਾ ਕਰ ਲਿਆ, ਜੋ ਰਾਜ ਸਤਲੁਜ ਦੇ ਪਰਲੇ ਵਾਲੀ ਸਾਈਡ ਸੀ। ਕਿਉਂਕਿ ਅੰਗਰੇਜ਼ਾਂ ਦਾ ਇਹ ਕਹਿਣਾ ਸੀ ਵੀ ਜਿਹੜੇ ਸਾਡੇ ਜੋ ਰਾਜ ਦੇ ਅਧੀਨ ਜੋ ਰਾਜ ਆਉਂਦੇ ਆ, ਜੇ ਕਿਸੇ ਵੀ ਰਾਜ ਦਾ ਕੋਈ ਪੁੱਤਰ ਨਹੀਂ ਹੈ, ਕੋਈ ਵਾਲੀ ਵਾਰਸ ਨਹੀਂ ਹੈ, ਉਸ ਉੱਤੇ ਈਸਟ ਇੰਡੀਆ ਕੰਪਨੀ ਜਾਣੀ ਕਿ ਅੰਗਰੇਜ਼ਾਂ ਦਾ ਰਾਜ ਹੋ ਜਾਵੇਗਾ। ਇਸੇ ਤਰ੍ਹਾਂ ਹੁਣ ਆਪਾਂ ਗੱਲ ਕਰਦੇ ਹਾਂ ਰਾਣੀ ਸਦਾ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਸੱਸ, ਜਿਨ੍ਹਾਂ ਦੇ ਕੁਝ ਇਲਾਕੇ ਸਤਲੁਜ ਦੇ ਪਰਲੀ ਸਾਈਡ ਆਉਂਦੇ ਸਨ। ਅਤੇ ਰਾਣੀ ਸਦਾ ਕੌਰ ਦੇ ਵੀ ਕੋਈ ਸੰਤਾਨ ਨਹੀਂ ਸੀ, ਉਹਨਾਂ ਦਾ ਕੋਈ ਪੁੱਤਰ ਨਹੀਂ ਸੀ ਜੋ ਕਿ ਉਹਨਾਂ ਦੀ ਗੱਦੀ ਨੂੰ ਸੰਭਾਲ ਸਕਦਾ। ਤਾਂ ਇਸ ਰੂਲ ਦੇ ਤਹਿਤ, ਇਸ ਸੰਧੀ ਦੇ ਤਹਿਤ ਰਾਣੀ ਸਦਾ ਕੌਰ ਦੇ ਇਲਾਕਿਆਂ ਦੇ ਉੱਤੇ ਵੀ ਅੰਗਰੇਜ਼ਾਂ ਦਾ ਕਬਜ਼ਾ ਹੋ ਜਾਣਾ ਸੀ ਰਾਣੀ ਸਦਾ ਕੌਰ ਦੀ ਮੌਤ ਤੋਂ ਬਾਅਦ, ਕਿਉਂਕਿ ਇਹ ਸੰਧੀ ਹੋ ਚੁੱਕੀ ਸੀ। ਪਰ ਮਹਾਰਾਜਾ ਰਣਜੀਤ ਸਿੰਘ ਇਹ ਨਹੀਂ ਚਾਹੁੰਦੇ ਸੀ, ਕਿਉਂਕਿ ਰਾਣੀ ਸਦਾ ਕੌਰ ਦੇ ਜੋ ਇਲਾਕਿਆਂ ਦੇ ਉੱਤੇ, ਜੋ ਇਲਾਕੇ ਉਹਨਾਂ ਦੇ ਸਤਲੁਜ ਦੇ ਪਰਲੀ ਸਾਈਡ ਪੈਂਦੇ ਆ, ਉਹਨਾਂ ਦੇ ਉੱਤੇ ਈਸਟ ਇੰਡੀਆ ਕੰਪਨੀ ਰਾਜ ਕਰੇ, ਕਿਉਂਕਿ ਉਹ ਜਿਹੜੇ ਇਲਾਕੇ ਸੀ ਉਹ ਸੁਰੱਖਿਆ ਦੇ ਤਹਿਤ ਕਾਫੀ ਜ਼ਿਆਦਾ ਅਹਿਮ ਸੀ। ਇਸ ਕਰਕੇ ਉਹ ਜੋ ਰਾਣੀ ਸਦਾ ਕੌਰ ਨੂੰ ਕਹਿੰਦੇ ਆ ਵੀ ਜਿਹੜੀ ਖਾਲਸਾ ਸੈਨਾ ਉਹ ਤੁਹਾਡੇ ਰਾਜ ਉੱਤੇ ਜਿਹੜਾ ਅਧਿਕਾਰ ਜਮਾਉਣਾ ਚਾਹੁੰਦੀ ਹੈ, ਕਿਉਂਕਿ ਇਹ ਜ਼ਰੂਰੀ ਵੀ ਆ। ਤੁਹਾਡੀ ਮੌਤ ਤੋਂ ਬਾਅਦ, ਤੁਹਾਡੀ ਸ਼ਹੀਦੀ ਤੋਂ ਬਾਅਦ ਜੋ ਅੰਗਰੇਜ਼ ਇਸ ਉੱਤੇ ਕਬਜ਼ਾ ਕਰ ਸਕਦੇ ਆ। ਪਰ ਰਾਣੀ ਸਦਾ ਕੌਰ ਇਹ ਨਹੀਂ ਚਾਹੁੰਦੇ ਸਨ ਕਿ ਜੋ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਰਾਜ ਉੱਤੇ ਆ ਕੇ ਇਹ ਕਬਜ਼ਾ ਕਰਨ। ਤਾਂ ਉਹ ਜਦੋਂ ਇੱਕ ਦਿਨ ਲਾਹੌਰ ਦਰਬਾਰ ਵਿੱਚ ਜਾਂਦੇ ਨੇ ਤਾਂ ਉਹ ਮਹਾਰਾਜਾ ਰਣਜੀਤ ਸਿੰਘ ਨੂੰ, ਉਹਨਾਂ ਨੂੰ ਲੱਗਦਾ ਵੀ ਮਹਾਰਾਜਾ ਰਣਜੀਤ ਸਿੰਘ ਦੀ ਕੁਝ ਨੀਅਤ ਬਦਲੀ ਆ, ਤਾਂ ਉਹ ਉਸ ਰਾਤ ਨੂੰ ਹੀ ਉੱਥੋਂ ਵਾਪਸ ਆ ਜਾਂਦੇ ਆ। ਅਤੇ ਉਹਨਾਂ ਦੇ ਪਿੱਛੇ ਇੱਕ ਸੰਦੇਸ਼ ਆਉਂਦਾ ਕਿ ਖਾਲਸਾ ਸੈਨਾ ਤੁਹਾਡੇ ਰਾਜ ਵੱਲ ਆ ਰਹੀ ਆ, ਜੋ ਕਿ ਤੁਹਾਡੇ ਉੱਤੇ ਮਤਲਬ ਕਿ ਕਹਿ ਸਕਦੇ ਹਾਂ ਵੀ ਜੋ ਬਟਾਲੇ ਦੇ ਉੱਤੇ ਉਹ ਕਬਜ਼ਾ ਕਰੂਗੀ ਹੁਣ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ, ਜੋ ਕਿ ਜ਼ਰੂਰੀ ਵੀ ਸੀ ਉਸ ਟਾਈਮ ਦੇ ਮੁਤਾਬਕ, ਕਿਉਂਕਿ ਅੰਗਰੇਜ਼ਾਂ ਨੇ ਧੋਖਾ ਕਰਨਾ ਸੀ। ਉਸ ਤਰ੍ਹਾਂ ਬੜਨੀ ਦਾ ਇੱਕ ਕਿਲ੍ਹਾ ਸੀ, ਉਸ ਉੱਤੇ ਖਾਲਸਾ ਸੈਨਾ ਪਹੁੰਚਦੀ ਅਤੇ ਅਧਿਕਾਰ ਜਮਾ ਲਿਆ ਜਾਂਦਾ। ਬੜਨੀ ਦਾ ਕਿਲ੍ਹਾ ਬਟਾਲਾ ਸ਼ਹਿਰ ਤੋਂ ਕਾਫੀ ਜ਼ਿਆਦਾ ਦੂਰ ਵਸਿਆ ਜਾਂਦਾ। ਪਰ ਜਦੋਂ ਇਸ ਗੱਲ ਦਾ ਪਤਾ ਜੋ ਅੰਗਰੇਜ਼ ਫੌਜਾਂ ਨੂੰ ਲੱਗਦਾ ਤਾਂ ਉਹ ਸ਼ਹਿਰ ਦੇ ਉੱਤੇ ਕਬਜ਼ਾ ਕਰ ਲੈਂਦੇ ਆ। ਮਤਲਬ ਕਿ ਮਹਾਰਾਜਾ ਰਣਜੀਤ ਸਿੰਘ ਨੇ ਜੋ ਕੁਝ ਸੋਚਿਆ ਸੀ ਉਹ ਧਰੇ ਦਾ ਧਰਾ ਰਹਿ ਜਾਂਦਾ, ਸ਼ਹਿਰ ਦੇ ਉੱਤੇ ਅੰਗਰੇਜ਼ਾਂ ਦਾ ਫਿਰ ਰਾਜ ਹੋ ਜਾਂਦਾ। ਇਸ ਗੱਲ ਤੋਂ ਕਾਫੀ ਦਾ ਨਿਰਾਸ਼ ਮਹਾਰਾਜਾ ਰਣਜੀਤ ਸਿੰਘ ਹੁੰਦੇ ਨੇ। ਅਤੇ ਕੁਝ ਇਤਿਹਾਸਕਾਰਾਂ ਦਾ ਇਹ ਕਹਿਣਾ ਵੀ ਇਸ ਦੇ ਕਰਕੇ ਮਹਾਰਾਜਾ ਰਣਜੀਤ ਸਿੰਘ ਆਪਣੀ ਸੱਸ ਨੂੰ ਕਿਲ੍ਹੇ ਦੇ ਵਿੱਚ ਨਜ਼ਰਬੰਦ ਕਰ ਦਿੰਦੇ ਆ ਅਤੇ ਉਹਨਾਂ ਨੂੰ ਕੋਈ ਸਹਾਇਤਾ ਨਹੀਂ ਦਿੰਦੇ। ਅਤੇ ਉਸ ਤਰ੍ਹਾਂ ਉਹਨਾਂ ਦੀ ਆਖਰੀ ਜਿਹੜਾ ਸਮਾਂ ਸੀ ਉਹ ਵੀ ਉਸ ਕਿਲ੍ਹੇ ਦੇ ਵਿੱਚ ਬੀਤਦਾ ਅਤੇ ਉਹਨਾਂ ਦੀ ਮੌਤ ਵੀ ਉੱਥੇ ਹੀ ਹੋ ਜਾਂਦੀ ਆ। ਇੱਥੇ ਇੱਕ ਇਤਿਹਾਸਕਾਰ ਦਾ ਇਹ ਵੀ ਕਹਿਣਾ ਵੀ ਜਦੋਂ ਇਹ ਘਟਨਾ ਵਾਪਰਦੀ ਆ ਰਾਣੀ ਸਦਾ ਕੌਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਿਸ਼ਤਿਆਂ ਵਿੱਚ ਕੜਵਾਹਟ ਆਉਣੀ ਤਾਂ ਸੁਭਾਵਿਕ ਹੀ ਸੀ, ਪਰ ਇਹ ਕੜਵਾਹਟ ਕਦੇ ਸਾਹਮਣੇ ਨਿਕਲ ਕੇ ਨਹੀਂ ਆਈ, ਇਹ ਅੰਦਰੋਂ ਅੰਦਰ ਹੀ ਰਹੀ। ਅਤੇ ਆਪਸ ਦੇ ਵਿੱਚ ਉਹ ਹਜੇ ਵੀ ਇੱਕ ਦੂਸਰੇ ਦਾ ਸਨਮਾਨ ਹਜੇ ਓਨਾ ਹੀ ਕਰਦੇ ਸਨ। ਉਹ ਕਹਿੰਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੱਸ ਸਦਾ ਕੌਰ ਨੂੰ ਕਿਸੇ ਕਿਲ੍ਹੇ ਵਿੱਚ ਨਜ਼ਰਬੰਦ ਨਹੀਂ ਕੀਤਾ ਸੀ। ਉਹਨਾਂ ਨੇ ਜਿਹੜਾ ਆਪਣਾ ਆਖਰੀ ਸਮਾਂ ਅੰਮ੍ਰਿਤਸਰ ਦੇ ਇੱਕ ਆਲੀਸ਼ਾਨ ਹਵੇਲੀ ਦੇ ਵਿੱਚ ਬਿਤਾਇਆ, ਜਿੱਥੇ ਉਹ ਦਰਬਾਰ ਸਾਹਿਬ ਦੀ ਸੇਵਾ ਕਰਿਆ ਕਰਦੇ ਸਨ। ਜਦੋਂ ਉਹਨਾਂ ਦੀ ਸ਼ਹੀਦੀ ਹੋਈ, ਮਹਾਰਾਜਾ ਰਣਜੀਤ ਸਿੰਘ ਉਸ ਦੇ ਵਿੱਚ ਸ਼ਾਮਿਲ ਹੋਏ, ਜੋ ਅੰਤਿਮ ਰਸਮਾਂ ਉਹਨਾਂ ਨੇ ਕੀਤੀਆਂ, ਅਤੇ ਉਸ ਤੋਂ ਬਾਅਦ ਉਹਨਾਂ ਦਾ ਸਾਰਾ ਪਰਿਵਾਰ ਵੀ ਉਸ ਦੇ ਵਿੱਚ ਸ਼ਾਮਿਲ ਹੋਇਆ ਸੀ। ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪਣੀ ਮਾਂ ਸਮਾਨ ਸੱਸ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰ ਸਕਦੇ ਹਨ ਜਾਂ ਫਿਰ ਨਹੀਂ, ਕਿਉਂਕਿ ਰਾਣੀ ਸਦਾ ਕੌਰ ਨੇ ਬਚਪਨ ਤੋਂ ਉਹਨਾਂ ਨੂੰ ਸਾਂਭਿਆ ਸੀ। ਜੋ ਰਾਜ ਭਾਗ ਦੇ ਰਾਜ ਪ੍ਰਬੰਧ ਦੇ ਗੁਰ ਉਹਨਾਂ ਨੂੰ ਸਿਖਾਏ ਸੀ। ਕੀ ਤੁਹਾਨੂੰ ਲੱਗਦਾ ਕਿ ਮਹਾਰਾਜਾ ਰਣਜੀਤ ਸਿੰਘ ਇਸ ਤਰ੍ਹਾਂ ਉਹਨਾਂ ਦੇ ਨਾਲ ਵਿਤਕਰਾ ਕਰ ਸਕਦੇ ਆ, ਜਿਹੜੇ ਕਿ ਆਪਣੇ ਦੁਸ਼ਮਣਾਂ ਨੂੰ ਵੀ ਜਗੀਰਾਂ ਦਿਆ ਕਰਦੇ ਸਨ, ਤਾਂ ਕਿ ਉਹ ਵੀ ਆਪਣੇ ਜਿਹੜਾ ਜੀਵਨ ਪ੍ਰਬੰਧ ਆ ਉਹ ਚੰਗੀ ਤਰੀਕੇ ਦੇ ਨਾਲ ਬਿਤਾ ਸਕਣ। ਇੱਥੇ ਤਾਂ ਉਹਨਾਂ ਦੀ ਸੱਸ ਸੀ ਰਾਣੀ ਸਦਾ ਕੌਰ, ਜੋ ਕਿ ਉਹਨਾਂ ਦੀ ਮਾਂ ਸਮਾਨ ਸੀ, ਜਿਨ੍ਹਾਂ ਨੇ ਉਹਨਾਂ ਨੂੰ ਸਾਰੇ ਗੁਰ ਸਿਖਾਏ ਸੀ। ਤੁਹਾਨੂੰ ਇਸ ਦੇ ਬਾਰੇ ਕੀ ਲੱਗਦਾ? ਤੁਹਾਡੀ ਜਿਹੜੀ ਸੋਚ ਆ, ਤੁਹਾਡਾ ਜਿਹੜਾ ਕਮੈਂਟ ਆ, ਉਹ ਸਾਡੇ ਲਈ ਕਾਫੀ ਦਾ ਮਾਇਨੇ ਰੱਖਣਾ। ਤਾਂ ਆਪਣਾ ਜਿਹੜਾ ਕਮੈਂਟ ਆ ਉਹ ਜ਼ਰੂਰ ਕਰਿਓ, ਆਪਣੀ ਜਿਹੜੀ ਰਾਏ ਆ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਵੀ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਇਸ ਉੱਤੇ ਕੀ ਸੋਚਦੇ ਹੋ, ਕੀ ਇਹ ਸੱਚ ਆ ਜਾਂ ਫਿਰ ਇਤਿਹਾਸਕਾਰ ਆਪਣੀਆਂ ਪੁਸਤਕਾਂ ਨੂੰ ਜ਼ਿਆਦਾ ਜੋ ਫੇਮਸ ਕਰਨ ਦੇ ਲਈ ਕੁਝ ਇਹੋ ਜਿਹੀਆਂ ਸਤਰਾਂ ਦੇ ਵਿੱਚ ਲਿਖ ਦਿੰਦੇ ਆ। ਤਾਂ ਜ਼ਰੂਰ ਦੱਸਿਓ ਜੀ। ਧੰਨਵਾਦ ਸਾਰਿਆਂ ਦਾ। ਅਤੇ ਇਸ ਤਰ੍ਹਾਂ ਪੰਜਾਬ ਦੇ ਇਤਿਹਾਸ, ਸਿੱਖ ਕੌਮ ਦੇ ਇਤਿਹਾਸ ਨੂੰ ਜਾਣਨ ਦੇ ਲਈ ਤੁਸੀਂ ਬਸ ਇੱਕ ਕੰਮ ਕਰਨਾ, ਇਸ ਚੈਨਲ ਨੂੰ ਪ੍ਰਮੋਟ ਕਰਨਾ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰ ਸਕਦੇ ਹੋ ਤਾਂ ਕਰ ਦਿਓ, ਨਹੀਂ ਫਿਰ ਕੋਈ ਗੱਲ ਨਹੀਂ, ਤੁਸੀਂ ਖੁਦ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ ਜੀ ਸਾਰਿਆਂ ਦਾ।